ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਿਤ ਕੁਮਾਰ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਡਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਅਮਿਤ ਜੀ, ਨਮਸਤੇ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਅਫਗਾਨਿਸਤਾਨ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਜੀ। ਭੂਚਾਲ 6.1 ਦੀ ਤੀਬਰਤਾ ਦੇ ਨਾਲ ਝਟਕੇ ਮਹਿਸੂਸ ਕੀਤੇ ਗਏ। ਇੰਨੇ ਜ਼ਬਰਦਸਤ ਝਟਕੇ ਸੀ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਘਰ ਢਹਿ ਗਏ। 900 ਦੀ ਗਿਣਤੀ ਤੋਂ ਪਾਰ ਮੌਤਾਂ ਹੋ ਗਈਆਂ ਨੇ ਜੀ, ਤੇ ਜ਼ਖਮੀ ਵੀ 600 ਦੀ ਗਿਣਤੀ ਤੋਂ ਪਾਰ ਦੱਸ ਰਹੇ ਨੇ। ਅਮਿਤ ਜੀ, ਅਫਗਾਨਿਸਤਾਨ ਪਹਿਲਾਂ ਹੀ ਜੰਗਾਂ ਦਾ ਭੰਨਿਆ ਪਿਆ ਦੇਸ਼ ਹੈ। ਅੱਗੇ ਉੱਥੇ ਕਿਹੜੀ ਮੌਤਾਂ ਦੀ ਕਸਰ ਸੀ। ਇੱਕ ਉਰਦੂ ਦਾ ਮੁਹਾਵਰਾ, ਮਰੇ ਨੂੰ ਮਾਰੇ ਸ਼ਾਹਮਦਾਰ। ਜਿਹੜੇ ਪਹਿਲਾਂ ਹੀ ਮਰੇ ਪਏ ਨੇ ਉਹਨਾਂ ਨੂੰ ਕੁਦਰਤ ਦੀ ਮਾਰ ਪੈ ਗਈ ਹੈ, ਇਸ ਗੱਲ ਦਾ ਅਫਸੋਸ ਹੈ। ਅਜੇ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਮੁੱਢਲੀ ਹੈ, ਤੇ ਸਾਡਾ ਤਜਰਬਾ ਹੈ ਕਿ ਜੇ ਮੁੱਢਲੀ ਗਿਣਤੀ ਦੱਸੀਏ ਤੇ ਉਹ ਗਿਣਤੀ ਬਾਅਦ 'ਚ ਵੱਧਦੀ ਹੁੰਦੀ ਹੈ, ਕਦੇ ਘਟੀ ਨਹੀਂ। ਅਸੀਂ ਸੁੱਖ ਮੰਗਾਂਗੇ ਕਿ ਹੋਰ ਮੌਤਾਂ ਨਾ ਹੋਣ, ਮੌਤਾਂ ਦੀ ਗਿਣਤੀ ਘੱਟ ਹੀ ਰਵੇ। ਬਹੁਤ ਨੁਕਸਾਨ ਹੋ ਗਿਆ। ਇਹ ਧਰਤੀ ਦੇ ਥੱਲੇ ਕੀ ਕੁਛ ਹੈ ਕਿਸੇ ਨੂੰ ਕੋਈ ਪਤਾ ਨਹੀਂ। ਧਰਤੀ ਦੀ ਕਿਸ ਤਰ੍ਹਾਂ ਦੀ ਕੰਪੋਜੀਸ਼ਨ ਹੈ ਲੋਕ ਨਹੀਂ ਜਾਣਦੇ। ਅਸੀਂ ਤਾਂ ਮਰਲੇ ਤੋਂ ਗਿੱਠ ਥਾਂ ਤੋਂ ਲੜਨ ਵਾਲੇ ਲੋਕ ਹਾਂ। ਧਰਤੀ ਬਹੁਤ ਬੇਅੰਤ ਹੈ। ਇੱਥੇ ਇਹ ਸਾਰੀ ਧਰਤੀ ਪਲੇਟਾਂ ਨਾਲ ਬਣੀ ਹੈ। ਉਹਨਾਂ ਪਲੇਟਾਂ 'ਚੋਂ ਕੋਈ ਪਲੇਟ 100 ਮੀਲ ਦੀ ਹੈ, ਕੋਈ 500 ਮੀਲ ਦੀ ਹੈ, ਕੋਈ 2000 ਮੀਲ ਦੀ ਹੈ, ਕੋਈ 5000 ਮੀਲ ਦੀ ਵੀ ਹੋ ਸਕਦੀ ਹੈ। ਇਹਨਾਂ ਪਲੇਟਾਂ ਤੋਂ ਇਹ ਜਦੋਂ ਕਿਤੇ ਪਲੇਟਾਂ ਇੱਕ ਦੂਸਰੇ ਪਾਸੇ ਨੂੰ ਖਿਸਕਦੀਆਂ, ਇਹਨਾਂ ਦੀ ਹਿਲਜੁਲ ਤੋਂ ਭੁਚਾਲ ਆਉਂਦੇ ਨੇ। ਅਸੀਂ ਕਈ ਵਾਰ ਪੜ੍ਹਿਆ, ਸਾਇੰਸਦਾਨ ਕਹਿੰਦੇ ਆ ਕਿ ਹਿਮਾਲਿਆ ਪਹਾੜ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪਹਾੜ ਹੈ, ਉਹ ਹਰ ਸਾਲ 1 ਸੈਂਟੀਮੀਟਰ ਸ਼ਾਇਦ ਭਾਰਤ ਵਾਲੇ ਪਾਸੇ ਨੂੰ ਖਿਸਕ ਰਿਹਾ। ਜੇ ਐਡਾ ਵੱਡਾ ਪਹਾੜ ਵੀ ਥੋੜ੍ਹਾ ਕਰਕੇ ਇੱਧਰ ਨੂੰ ਖਿਸਕ ਰਿਹਾ, ਜਿਹੜੀ ਏਸ਼ੀਅਨ ਪਲੇਟ ਦੇ ਉੱਤੇ ਉਹ ਟਿਕਿਆ ਪਿਆ, ਜੇ ਇਸ ਪਲੇਟ ਦੇ ਉੱਤੇ ਖਿਸਕਦਿਆਂ ਥੋੜ੍ਹਾ ਜਿਹਾ ਅੱਗੇ ਆਇਆ, ਅੱਗੋਂ ਇੱਕ ਪਲੇਟ ਖਿਸਕਦੀ ਹੋਰ ਉਹਦੇ ਨਾਲ ਜਾ ਲੱਗੀ, ਕੀ ਬਣੇਗਾ? ਤਬਾਹੀਆਂ ਆ ਸਕਦੀਆਂ ਨੇ। ਮਨੁੱਖ ਨੂੰ ਥੋੜ੍ਹਾ ਜਿਹਾ ਇਹ ਚੇਤਾ ਰੱਖਣਾ ਚਾਹੀਦਾ। ਜਿੱਦਾਂ ਕਹਿੰਦੇ ਆ ਕਿ ਕੀੜੇ ਦੇ ਖੰਭ ਉੱਗਪਣ ਉੱਡਣ ਲੱਗਦਾ ਤੇ ਉਡਾਰ ਹੋ ਕੇ ਮੌਤ ਦੀ ਝੋਲੀ ਜਾ ਪੈਂਦਾ। ਇਹ ਮਨੁੱਖ ਵੀ ਇਸ ਵੇਲੇ ਉਡਾਰ ਹੋਇਆ ਪਿਆ। ਇਹ ਆਪਣੇ ਹਸ਼ਰ ਤੋਂ ਅਣਜਾਣ ਹੈ। ਦੂਸਰੀਆਂ ਧਰਤੀਆਂ ਵੱਲ ਨੂੰ ਛੜੱਪੇ ਮਾਰਦਾ। ਕਹਿੰਦੇ ਟੂਰਿਜ਼ਮ ਵੀ ਵੀਕਐਂਡ 'ਤੇ ਛੁੱਟੀਆਂ ਕੱਟਣ, ਚੰਦ ਦੇ ਉੱਤੇ ਜਾਇਆ ਕਰਨਾ ਤੇ ਤਾਰਿਆਂ 'ਤੇ ਜਾਇਆ ਕਰਨਾ। ਅੱਜ ਕੱਲ੍ਹ ਲੋਕ ਮਖੌਲ ਕਰਦੇ ਆ ਕਿ ਫੇਸਬੁੱਕ 'ਤੇ 5000 ਫਰੈਂਡਸ ਨੇ ਤੇ ਘਰ ਦੇ 5 ਜੀਆਂ ਨਾਲ ਦੋਸਤੀ ਨੇ। ਇਹੋ ਹਾਲਤ ਮਨੁੱਖ ਦੀ ਹੈ। ਚੰਦ ਤਾਰਿਆਂ ਵੱਲ ਝਾਕਦਾ, ਆਪਣੇ ਪੈਰਾਂ ਥੱਲੇ ਜਿਹੜੀ ਜ਼ਮੀਨ ਹੈ ਉਹਦਾ ਚੇਤਾ ਹੀ ਨਹੀਂ ਕਿ ਉੱਥੇ ਕੀ ਬਣਦਾ ਪਿਆ। ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਪਈ ਹੈ। ਆ ਜਿੰਨਾ ਕੋਈ ਧਰਤੀ ਦੇ ਥੱਲਿਓਂ ਅਸੀਂ ਕੱਢੀ ਜਾਂਦੇ ਹਾਂ, ਕਿਤੇ ਲੋਹਾ ਨਿਕਲਦਾ ਜਾਂਦਾ, ਕਿਤੇ ਤੇਲ ਨਿਕਲਦਾ ਜਾਂਦਾ, ਕਿਤੇ ਹੋਰ ਮਾਈਨਸ ਨਿਕਲਦੀਆਂ ਨੇ, ਖਣਿਜ ਪਦਾਰਥ ਨਿਕਲਣੇ, ਗੈਸ ਨਿਕਲਦੀ ਹੈ, ਕੀ ਕੁਛ ਨਿਕਲੀ ਜਾਂਦਾ। ਜਿੰਨਾ ਕੁਛ ਨਿਕਲਦਾ, ਤੁਸੀਂ ਪਲਾਸਟਿਕ ਦੀ ਬੋਤਲ ਵਿੱਚੋਂ ਇੱਕ ਉਹਦੇ ਵਿੱਚ ਸਰਿੰਜ ਠੋਕ ਕੇ ਤੇ ਸਾਰਾ ਜਿੰਨਾ ਉਹਦੇ 'ਚ ਲਿਕੁਇਡ ਪਿਆ ਹੋਵੇ ਹੌਲੀ ਕੱਢ ਲਓ, ਤੇ ਜਦੋਂ ਬੋਤਲ ਖਾਲੀ ਰਹਿ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਭਰ ਨਹੀਂ ਸਕਦੀ ਕਿਸੇ ਪਾਸਿਓਂ, ਫਿਰ ਪਿਚਕ ਜਾਂਦੀ ਹੈ। ਇਸ ਧਰਤੀ ਦੇ ਥੱਲਿਓਂ ਜਿੰਨਾ ਕੁਝ ਕੱਢਿਆ ਜਾ ਰਿਹਾ, ਧਰਤੀ ਦੇ ਡੋਕੇ ਖਿੱਚੇ ਜਾ ਰਿਹਾ, ਇਹ ਧਰਤੀ ਨੂੰ ਸਮਝੇ ਬਗੈਰ ਮਨੁੱਖ ਇਹਦੇ ਨਾਲ ਖਿਲਵਾੜ ਕਰ ਰਿਹਾ। ਉਹਦੇ ਨਤੀਜੇ ਇਹੋ ਨਿਕਲਦੇ ਆ। ਕਦੇ ਪਹਾੜਾਂ ਨੂੰ ਜਾਓ, ਜਿੱਥੋਂ ਪਹਾੜ ਕੱਟ ਕੇ ਤੇ ਸੜਕਾਂ ਬਣਾਈਆਂ ਹੋਣ, ਲਾਗਿਓ ਨਾ ਦੇਖੋ, 200-300 ਗਜ ਦੂਰ ਖਲੋ ਕੇ ਵੇਖੋ ਤੇ ਤੁਹਾਨੂੰ ਪਤਾ ਲੱਗੇਗਾ ਧਰਤੀ ਦੀ ਕੰਪੋਜੀਸ਼ਨ ਕੀ ਹੈ। ਉੱਤੇ ਪੱਕੀ ਮਿੱਟੀ ਆ, ਪਹਾੜ ਵਰਗੀ ਆ, ਪੱਥਰ ਵਰਗੀ ਹੈ। 20-30 ਫੁੱਟ ਥੱਲੇ ਜਾ ਕੇ ਰੇਤ ਹੈ, ਉਹਦੇ 10-20 ਫੁੱਟ ਥੱਲੇ ਜਾ ਕੇ ਬਜਰੀ ਹੈ, ਉਹਦੇ ਥੱਲੇ ਜਾ ਕੇ ਫਿਰ ਰੇਤ ਹੈ। ਪਤਾ ਨਹੀਂ ਕਿੰਨੀ ਕਿਸਮ ਦੀਆਂ ਤਹਿਆਂ ਨੇ। ਉਹ ਤਹਿਆਂ 'ਚੋਂ ਹਰ ਤਹਿ ਕੀਮਤੀ ਔਰ ਸਾਡੀ ਜ਼ਿੰਦਗੀ ਵਾਸਤੇ, ਮਨੁੱਖੀ ਜੀਵਨ ਵਾਸਤੇ ਕੀਮਤੀ ਹੈ, ਜਿਹਨੂੰ ਅਸੀਂ ਸਮਝ ਨਹੀਂ ਰਹੇ। ਜੇ ਮਨੁੱਖ ਨੇ ਬਚਣਾ ਹੈ ਤੇ ਵਾਤਾਵਰਨ ਨੂੰ ਬਚਾਉਣਾ ਪਵੇਗਾ।
ਅਸੀਂ ਧਰਤੀ ਦੇ ਵਿੱਚ ਤਾਂ ਵਰਮੇ ਮਾਰੇ ਹੀ ਮਾਰੇ ਆ। ਮਨੁੱਖ ਨੂੰ ਸਾਹ ਲੈਣ ਵਿੱਚ ਜਿਹੜੀ ਮਦਦ ਕਰਦੀ ਆ ਆਕਸੀਜਨ, ਤੇ ਇਹਦੇ ਉੱਪਰ ਜਿਹੜੀ ਓਜ਼ੋਨ ਦੀ ਲੇਅਰ ਹੈ, ਜਿਹਦਾ ਕਰਕੇ ਅਸੀਂ ਬਾਕੀ ਸਪੇਸ ਨਾਲ ਥੋੜ੍ਹੇ ਜਿਹੇ ਸੌਖੇ ਹਾਂ। ਹੁਣ ਤਾਂ ਸਾਡੀਆਂ ਫੈਕਟਰੀਆਂ ਦੇ ਧੂਏ ਨੇ ਤੇ ਸਾਡੇ ਪੋਲਿਊਸ਼ਨ ਨੇ ਉਹਦੇ ਵਿੱਚ ਵੀ ਮੋਰੀਆਂ ਕੱਢ ਦਿੱਤੀਆਂ ਨੇ। ਜੇ ਬੰਦਾ ਇਹੋ ਕੁਝ ਕਰਦਾ ਰਿਹਾ ਤੇ ਕਿਸੇ ਨੂੰ ਦੋਸ਼ ਦੇਣ ਦਾ ਫਾਇਦਾ ਨਹੀਂ, ਬੰਦਾ ਆਪਣੇ ਗੁਨਾਹ ਦੇ ਨਾਲ ਆਪ ਮਰੇਗਾ। ਇਸ ਕਰਕੇ ਦੁਨੀਆ ਭਰ ਦੇ ਦੇਸ਼ਾਂ ਵਾਲਿਆਂ ਨੂੰ ਤੇ ਦੇਸ਼ਾਂ ਦੇ ਸਿਆਣਿਆਂ ਨੂੰ ਯਤਨ ਕਰਨੇ ਚਾਹੀਦੇ ਆ ਕਿ ਸੁੱਖ ਮੰਗੀਏ ਕਿ ਜੋ ਅੱਜ ਅਫਗਾਨਿਸਤਾਨ 'ਚ ਹੋਇਆ ਕੱਲ੍ਹ ਨੂੰ ਕਿਸੇ ਹੋਰ ਥਾਂ ਨਾ ਹੋਵੇ। ਪਰ ਇਹਦੇ ਲਈ ਸਾਰਿਆਂ ਨੂੰ ਅਕਲ ਕਰਨੀ ਪਏਗੀ, ਵਾਤਾਵਰਨ ਬਚਾਉਣਾ ਪਏਗਾ। ਜੀ ਬਿਲਕੁਲ। ਪੰਨੂ ਸਾਹਿਬ, ਅੱਗੇ ਗੱਲ ਕਰਦੇ ਹਾਂ। ਦੇਸ਼ 'ਚ ਜੋ ਇਹਨਾਂ ਦਿਨੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਜੀ। ਦੋਵਾਂ ਧਿਰਾਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ। ਬੀਜੇਪੀ ਨੇ ਵੀ ਅੱਜ ਐਲਾਨ ਦਿੱਤਾ ਹੈ ਜੀ। ਕਿਵੇਂ ਦੇਖਦੇ ਹੋ ਇਸ ਦੀ ਰਾਸ਼ਟਰਪਤੀ ਚੋਣ ਜੋ ਹੋਣ ਜਾ ਰਹੀ ਹੈ? ਅਸੀਂ ਕੱਲ੍ਹ ਚਰਚਾ ਕੀਤੀ ਸੀ ਕਿ ਯਸ਼ਵੰਤ ਸਿੰਘ ਨੂੰ ਆਪੋਜੀਸ਼ਨ ਆਪਣਾ ਉਮੀਦਵਾਰ ਬਣਾ ਰਹੀ ਹੈ। ਉਹ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਖਜ਼ਾਨਾ ਮੰਤਰੀ ਵੀ ਰਹੇ ਸੀ, ਵਿਦੇਸ਼ ਮੰਤਰੀ ਵੀ ਰਹੇ ਸੀ। ਬੜਾ ਸਿਆਣਾ, ਬੜਾ ਵਧੀਆ ਵਿਚਾਰਵਾਨ ਹੈ। ਕੁਝ ਗੱਲਾਂ ਤੇ ਮਤਭੇਦ ਵੀ ਹੋ ਸਕਦੇ ਆ। IAS ਅਫਸਰ ਤੋਂ ਤੁਰ ਕੇ ਤੇ ਸਿਆਸਤ ਦੇ ਸਿਖਰ ਤੱਕ ਪਹੁੰਚਿਆ। ਉਹਦੇ ਮੁਕਾਬਲੇ ਤੇ ਜਿਹੜਾ ਭਾਜਪਾ ਗੱਠ ਜੋੜਿਆ, ਉਹਨਾਂ ਨੇ ਬੀਬੀ ਦ੍ਰੋਪਦੀ ਮੁਰਮੂ ਨੂੰ ਅੱਗੇ ਕੀਤਾ। ਦ੍ਰੋਪਦੀ ਮੁਰਮੂ ਆਪਣੇ ਛੋਟੇ ਜਿਹੇ ਸ਼ਹਿਰ ਦੀ ਨਗਰ ਪੰਚਾਇਤ ਦੀ ਕੌਂਸਲਰ ਚੁਣੀ ਗਈ ਸੀ। ਫਿਰ 2 ਵਾਰੀ MLA ਬਣੀ। ਉੜੀਸਾ ਦੇ ਵਿੱਚ ਜਦੋਂ ਭਾਜਪਾ ਤੇ ਬੀਜੂ ਜਨਤਾ ਦਲ ਦੇ ਸਮਝੌਤੇ ਵਾਲੀ ਸਰਕਾਰ ਸੀ, ਨਵੀਨ ਪਟਨਾਇਕ ਦੀ ਸਰਕਾਰ ਸੀ, ਉਸ ਸਰਕਾਰ 'ਚੋਂ ਮੰਤਰੀ ਵੀ ਬਣੀ। ਜਦੋਂ ਬਿਹਾਰ ਦੇ ਵਿੱਚੋਂ ਕੱਟ ਕੇ ਝਾਰਖੰਡ ਬਣਾਇਆ ਗਿਆ, ਇਹ ਝਾਰਖੰਡ ਦੀ ਸਭ ਤੋਂ ਪਹਿਲੀ ਗਵਰਨਰ ਸੀ। ਔਰ ਉਹ ਪਹਿਲੀ ਗਵਰਨਰ ਬਣ ਕੇ 5 ਸਾਲ ਪੂਰੇ ਕਰਕੇ ਆਈ ਸੀ। ਕਦੇ ਵਿਵਾਦ ਵਿੱਚ, ਚਰਚਾ ਵਿੱਚ ਨਹੀਂ ਰਹੀ। ਜੇ ਯਸ਼ਵੰਤ ਸਿਨਹਾ ਆ ਜਾਂਦੇ ਸਾਹਮਣੇ, ਯਸ਼ਵੰਤ ਸਿਨਹਾ ਝਾਰਖੰਡ ਦੇ ਆ, ਇਹ ਬੀਬੀ ਝਾਰਖੰਡ ਦਾ ਰਾਜ ਬਣਨ ਤੋਂ ਬਾਅਦ ਉੱਥੋਂ ਦੀ ਪਹਿਲੀ ਗਵਰਨਰ ਆ। ਪੁਰਾਣੇ ਇੱਕ ਦੂਸਰੇ ਦੇ ਜਾਣੂ ਨੇ। ਅੱਗੇ ਭਾਰਤ ਵਿੱਚ ਇੱਕ ਬੀਬੀ ਰਾਸ਼ਟਰਪਤੀ ਰਹਿ ਚੁੱਕੀ ਆ। ਉਹਦਾ ਨਾਮ ਪ੍ਰਤਿਭਾ ਦੇਵੀ ਸਿੰਘ ਪਾਟਿਲ ਸ਼ੇਖਾਵਤ ਸੀ। ਪਾਟਿਲ ਮਹਾਰਾਸ਼ਟਰ ਦੀ ਸੀ, ਉਹਦੇ ਪਰਿਵਾਰਕ ਸਰਨੇਮ ਸੀਗਾ। ਸ਼ੇਖਾਵਤ ਉਹਦੇ ਪਤੀ ਦਾ ਸਰਨੇਮ ਸੀਗਾ। ਇੰਨਾ ਲੰਬਾ ਨਾਮ ਵਰਤਦੀ ਸੀ। ਉਸ ਬੀਬੀ ਦੇ ਬਾਅਦ ਆਪਣੀ ਥਾਂ ਚਲੇ ਗਏ, ਉਹਦੇ ਨਾਲ ਹੀ ਚਲੇ ਗਏ, ਗੱਲ ਖਤਮ ਹੋ ਗਈ। ਉਹ ਆਪਣਾ ਸਮਾਂ 5 ਸਾਲ ਦਾ ਪੂਰਾ ਕਰ ਗਈ, ਪਹਿਲੀ ਰਾਸ਼ਟਰਪਤੀ ਸੀ। ਹੁਣ ਇਹ ਬੀਬੀ ਰਾਸ਼ਟਰਪਤੀ ਬਣ ਸਕਦੀ ਹੈ। ਜੇ ਭਾਜਪਾ ਗੱਠਜੋੜ ਨੇ ਬਣਾਤਾ ਤੇ ਇਹਦੀਆਂ ਵੋਟਾਂ ਤਾਂ ਭਾਜਪਾ ਦੇ ਕੋਲ ਪਹਿਲਾਂ ਹੀ ਵੱਧ ਨੇ। ਉੜੀਸਾ ਦੇ ਵਿੱਚੋਂ ਜਿਹੜਾ ਨਵੀਨ ਪਟਨਾਇਕ ਹੁਣ ਤੱਕ ਪੱਤੇ ਨਹੀਂ ਸੀ ਖੋਲ੍ਹਦਾ, ਜਦੋਂ ਇਹ ਗੱਲ ਆਈ ਕਿ ਉੜੀਸਾ ਦੀ ਬੀਬੀ ਨੂੰ ਰਾਸ਼ਟਰਪਤੀ ਬਣਾਇਆ ਜਾ ਰਿਹਾ, ਤੇ ਉੜੀਸਾ ਦੇ ਲੋਕਾਂ ਵਿੱਚ ਇਹ ਰੌਲਾ ਪੈ ਜਾਣਾ ਕਿ ਸਾਡੇ ਆਪਣੇ ਰਾਜ ਦੀ ਕੋਈ ਔਰਤ ਦੇਸ਼ ਦੀ ਰਾਸ਼ਟਰਪਤੀ ਬਣਨ ਲੱਗੀ ਆ। ਅੱਜ ਤੱਕ ਉੜੀਸਾ ਦਾ ਕੋਈ ਬੰਦਾ ਵੀ ਰਾਸ਼ਟਰਪਤੀ ਨਹੀਂ ਬਣਿਆ, ਪਹਿਲੀ ਵਾਰੀ ਇਹ ਸੀਟ ਉਹਨਾਂ ਨੂੰ ਮਿਲਣ ਲੱਗੀ ਆ। ਤੇ ਸਾਰਿਆਂ ਨੇ ਕਹਿ ਦੇਣਾ ਨਵੀਨ ਪਟਨਾਇਕ ਨੂੰ ਕਿ ਹੁਣ ਮੌਕਾ ਹੈ ਕਿ ਤੁਸੀਂ ਪਾਰਟੀ ਹੱਦਾਂ ਤੋਂ ਉੱਪਰ ਉੱਠ ਕੇ ਇਸ ਬੀਬੀ ਦੀ ਮਦਦ ਕਰੋ। ਜਿਹੜੀ ਲੜਾਈ ਗਹਿ ਗੱਚ ਹੋਣ ਦੇ ਆਸਾਰ ਸਨ ਕਿ ਇਹ ਯਸ਼ਵੰਤ ਸਿਨਹਾ ਦੇ ਨਾਂ ਦੇ ਉੱਤੇ ਦੋਵੇਂ ਪਾਸੇ ਫਸਵਾਂ ਮੁਕਾਬਲਾ ਹੋਵੇਗਾ, ਸ਼ਾਇਦ ਉਹ ਫਸਵੇਂ ਮੁਕਾਬਲੇ ਦੇ ਬਜਾਏ ਫਸਵਾਂ ਨਾ ਰਹਿ ਕੇ ਸਿਰਫ ਮੁਕਾਬਲਾ ਰਹਿ ਜੇ। ਪਰ ਯਸ਼ਵੰਤ ਸਿਨਹਾ ਦੇ ਖਲੋਣ ਨਾਲ ਇਹ ਮੁਕਾਬਲਾ ਦਿਲਚਸਪ ਹੋ ਗਿਆ। ਉਸ ਬੀਬੀ ਦਾ ਰਿਕਾਰਡ ਵੀ ਚੰਗਾ ਤੇ ਯਸ਼ਵੰਤ ਸਿਨਹਾ ਦਾ ਵੀ। ਦੋਵਾਂ ਦਾ ਪਿਛੋਕੜ ਭਾਜਪਾ ਦਾ, ਦੋਵੇਂ ਇਕੱਠੇ ਕੰਮ ਕਰ ਚੁੱਕੇ ਨੇ। ਯਸ਼ਵੰਤ ਸਿਨਹਾ ਵਾਜਪਾਈ ਦੀ ਸਰਕਾਰ 'ਚ ਖਜ਼ਾਨਾ ਮੰਤਰੀ ਤੇ ਫਿਰ ਵਿਦੇਸ਼ ਮੰਤਰੀ ਸੀ, ਤੇ ਇਹ ਬੀਬੀ ਉਹ ਆ ਜਿਹਨੂੰ ਯਸ਼ਵੰਤ ਸਿਨਹਾ ਵਾਲੀ ਵਾਜਪਾਈ ਸਰਕਾਰ ਨੇ ਨਵੇਂ ਬਣਾਏ ਰਾਜ ਦੀ ਸਭ ਤੋਂ ਪਹਿਲੀ ਗਵਰਨਰ ਲਾਇਆ ਸੀ। ਉਦੋਂ ਤੋਂ ਲੈ ਕੇ ਇੱਕ ਦੂਜੇ ਨੂੰ ਜਾਣਦੇ ਆ। ਜਦੋਂ ਦੋਵੇਂ ਜਣੇ ਆਮੋ ਸਾਹਮਣੇ ਮੁਕਾਬਲੇ 'ਚ ਹੋਣਗੇ, ਹੋ ਸਕਦਾ ਕੁਝ ਪੁਰਾਣੀਆਂ ਗੱਲਾਂ ਇਹੋ ਜਿਹੀਆਂ ਵੀ ਨਿਕਲਣ ਜਿਹੜੀਆਂ ਇੱਕ ਦੂਜੇ ਬਾਰੇ ਇਹ ਜਾਣਦੇ ਨੇ ਸਿਆਸੀ ਪੱਖ ਤੋਂ, ਬਾਕੀ ਲੋਕਾਂ ਨੂੰ ਨਹੀਂ ਪਤਾ। ਖੈਰ, ਇਲੈਕਸ਼ਨ ਤਾਂ ਇਲੈਕਸ਼ਨ ਹੈ, ਸਿਆਸੀ ਘੋਲ ਹੈ, ਇਹਦਾ ਸਵਾਗਤ ਕਰਨਾ ਚਾਹੀਦਾ। ਪੰਨੂ ਸਾਹਿਬ, ਅੱਗੇ ਭਾਰਤ ਸਰਕਾਰ ਦੀ ਨਵੀਂ ਨੀਤੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਵੀ ਗੱਲ ਕਰ ਲੈਂਦੇ ਆ ਜੀ। ਇਹ ਨੀਤੀ ਲਿਆਉਣ ਦੀ ਕੀ ਲੋੜ ਪਈ? ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਤੇ ਇਸ ਦੀ ਚਰਚਾ ਵੀ ਇਹਨਾਂ ਦਿਨੀ ਬੜੀ ਹੋ ਰਹੀ ਹੈ। ਮੈਂ ਇਸ ਨੀਤੀ ਨਾਲ ਸਹਿਮਤ ਹਾਂ। ਇਹ ਜਿਹੜੇ ਵਨ ਨੇਸ਼ਨ ਵਨ ਰਾਸ਼ਨ ਕਾਰਡ ਨਾ ਹੋਣ ਕਰਕੇ ਅੱਗੇ ਇੱਥੇ ਕਾਫੀ ਕੁਝ ਹੁੰਦਾ ਸੀ। ਜਦੋਂ ਇੱਕ ਵਾਰੀ
ਭੁਪਿੰਦਰ ਸਿੰਘ ਹੁੱਡੇ ਦੀ ਸਰਕਾਰ ਵੇਲੇ ਹਰਿਆਣੇ 'ਚ ਚੈੱਕ ਕਰਵਾਇਆ ਗਿਆ ਔਰ ਉਹ ਚੈਕਿੰਗ ਬਾਅਦ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਵੇਲੇ ਵੀ ਹੋਈ। 42 ਲੱਖ ਜਾਅਲੀ ਰਾਸ਼ਨ ਕਾਰਡ ਨਿਕਲੇ ਸਨ। ਅੱਛਾ ਜੀ। ਉਹ ਕਿਉਂ ਨਿਕਲੇ? ਕਿਉਂਕਿ ਰਾਸ਼ਨ ਕਾਰਡ ਆਧਾਰ ਨਾਲ ਜੋੜ ਦਿੱਤੇ ਗਏ ਸਨ। ਹੁਣ ਹੁੰਦਾ ਕੀ ਸੀ ਕਿ ਕੁਝ ਸੂਬਿਆਂ 'ਚੋਂ ਮਜ਼ਦੂਰ ਮਜ਼ਦੂਰੀ ਕਰਨ ਵਾਸਤੇ ਜਾਂਦੇ ਸਨ ਜੀ। ਉਹ ਜਿੱਥੇ ਜਾਂਦੇ ਸੀ ਇੱਕ ਰਾਸ਼ਨ ਕਾਰਡ ਪੂਰੇ ਪਰਿਵਾਰ ਦਾ ਉੱਥੇ ਬਣਾ ਲੈਂਦੇ ਸੀ, ਭਾਵੇਂ ਜਾਂਦੇ ਉਹ ਇਕੱਲੇ ਸੀ। ਹਾਂਜੀ। ਇੱਕ ਰਾਸ਼ਨ ਕਾਰਡ ਆਪਣੇ ਪਿੰਡ ਬਣਾ ਲੈਂਦੇ ਸੀ, ਇੱਕ ਨਾਲ ਦੇ ਕਿਸੇ ਹੋਰ ਥਾਂ ਬਣਾ ਕੇ ਤੇ ਉੱਥੇ ਕਿਸੇ ਰਿਸ਼ਤੇਦਾਰ ਨੂੰ ਦੇ ਆਉਂਦੇ ਸੀ ਵੀ ਇੱਥੇ ਰਾਸ਼ਨ ਤੂੰ ਲਈ ਜਾਵੀਂ, ਤੇ ਉਹਦਾ ਆਪਣੇ ਕੋਲ ਬਣਵਾ ਕੇ ਤੇ ਇੱਥੇ ਉਹਦਾ ਰਾਸ਼ਨ ਲਈ ਜਾਂਦੇ ਸੀ। ਇੱਥੇ ਸਾਡੇ ਕੋਲ ਇੱਕ ਦੋ ਪਿੰਡ ਇਹੋ ਜਿਹੇ ਆ ਜਿਨ੍ਹਾਂ ਦੀ ਹੱਦ ਤਿੰਨੇ ਪਾਸੇ ਲੱਗਦੀ ਹੈ। ਹਰਿਆਣੇ ਦਾ ਇੱਕ ਪਿੰਡ, ਉਹਦੀ ਹੱਦ ਪੰਜਾਬ ਨਾਲ ਵੀ ਲੱਗਦੀ ਹੈ, ਰਾਜਸਥਾਨ ਨਾਲ ਵੀ ਲੱਗਦੀ ਹੈ। ਉੜੀਸਾ ਦਾ ਇੱਕ ਪਿੰਡ, ਉਹਦੀ ਹੱਦ ਇੱਦਾਂ ਸਾਰੇ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਜਿਹੜੇ ਉਹਨਾਂ ਦੇ ਬਾਰਡਰ ਦੂਸਰੇ ਸੂਬੇ ਨਾਲ ਜੁੜਦਾ, ਉੱਥੇ ਜਦੋਂ ਦੋਵੇਂ ਸੂਬੇ ਵੀ ਆਪੋ ਜੁੜਦੇ ਹੋਣ ਤੇ ਉੱਥੇ ਇਹੋ ਜਿਹੇ ਪਿੰਡ ਬਣ ਜਾਂਦੇ ਆ। ਉਹ ਕੀ ਕਰਦੇ, ਆਪਣੇ ਪਿੰਡ 'ਚ ਵੀ ਵੋਟ ਬਣਾ ਲੈਂਦੇ ਸੀ, ਨਾਲ ਦੇ ਪਿੰਡ 'ਚ ਵੀ ਤੇ ਤੀਸਰੇ ਸੂਬੇ 'ਚ ਵੀ ਇਸੇ ਤਰ੍ਹਾਂ ਰਾਸ਼ਨ ਕਾਰਡ ਬਣਵਾ ਲੈਂਦੇ ਸੀ। ਉਹਦੇ ਨਾਲ ਫਿਰ ਜਾਲਸਾਜ਼ੀ ਹੁੰਦੀ ਸੀ ਬਹੁਤ ਜ਼ਿਆਦਾ। ਨਾ ਤਾਂ ਰਾਸ਼ਨ ਪ੍ਰਾਪਤ ਕਰਤਿਆਂ ਦੀ ਗਿਣਤੀ ਪੂਰੀ ਮਿਲਦੀ ਸੀ, ਨਾ ਵੋਟਾਂ ਦੀ। ਉਸ ਜਾਲਸਾਜ਼ੀ ਨੂੰ ਰੋਕਣ 'ਚ ਆਧਾਰ ਕਾਰਡ ਬਹੁਤ ਸਹਾਈ ਸਾਬਤ ਹੋਇਆ। ਜਦੋਂ ਇਹ ਆਧਾਰ ਕਾਰਡ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਆਧਾਰ ਕਾਰਡ ਨਹੀਂ, ਇਹ ਫਰਾਡ ਕਾਰਡ ਹੈ। ਪਰ ਜਦੋਂ ਉਹਨਾਂ ਦੀ ਆਪਣੀ ਸਰਕਾਰ ਆ ਗਈ ਤੇ ਉਸੇ ਫਰਾਡ ਕਾਰਡ ਨੂੰ ਅੱਜ 100 ਦੁੱਖਾਂ ਦਾ ਦਾਰੂ ਦੱਸਦੇ ਆ ਤੇ ਹਰ ਥਾਂ ਤੇ ਲਾਗੂ ਕਰਦੇ ਆ। ਅਸਲ ਵਿੱਚ ਉਹ ਹੈ ਵੀ 100 ਦੁੱਖਾਂ ਦਾ ਦਾਰੂ। ਜੇ ਜਾਲੀ ਵੋਟਾਂ ਰੁਕਣੀਆਂ ਤੇ ਆਧਾਰ ਕਾਰਡ ਉਹਦੇ ਨਾਲ ਵੀ ਅਟੈਚ ਕਰ ਦੇਣਾ ਚਾਹੀਦਾ, ਤਾਂ ਕਿ ਜਿੱਥੇ ਵੀ ਵੋਟ ਬਣੇ ਇਹਦੇ ਨਾਲ ਪਤਾ ਲੱਗ ਜਾਵੇ। ਬੈਂਕਾਂ ਦੇ ਖਾਤੇ ਇਹਦੇ ਨਾਲ ਲੱਭੇ ਜਾ ਸਕਦੇ ਆ। ਜੇ ਕੋਈ ਟੈਕਸ ਚੋਰੀ ਕਰਦਾ ਉਹ ਇਹਦੇ ਨਾਲ ਲੱਭਿਆ ਜਾ ਸਕਦਾ। ਇਹ ਸਾਰਾ ਕੁਝ ਜਿਹੜਾ ਉਹਦੇ 'ਚ ਜੇ ਨੈਸ਼ਨਲ ਲੈਵਲ ਤੱਕ ਲੈ ਜਾਂਦੇ ਤੇ ਉਹਦਾ ਫਾਇਦਾ ਹੋਵੇਗਾ, ਨੁਕਸਾਨ ਨਹੀਂ ਹੋਵੇਗਾ। ਅੱਗੇ ਨੌਕਰੀਆਂ ਦੇ ਮਾਮਲੇ 'ਚ ਵੀ ਹੁੰਦਾ ਸੀ ਕਿ ਕਿਸੇ ਸੂਬੇ 'ਚ ਜੇ ਇਹ ਆਖਿਆ ਕਿ 3 ਸਾਲ ਦਾ ਡੋਮਿਸਾਈਲ ਹੋਵੇ ਤੇ ਫਿਰ ਹੀ ਨੌਕਰੀ ਮਿਲਣੀ ਆ। ਤੇ ਕੁਝ ਲੋਕ ਇਹ ਕਰਦੇ ਸੀ ਕਿ ਜਿੱਥੇ ਪਰਿਵਾਰ ਰਹਿੰਦਾ ਉੱਥੇ ਵੀ ਘਰ ਦੇ ਸਾਰੇ ਜੀਆਂ ਦਾ ਰਾਸ਼ਨ ਕਾਰਡ ਤੇ ਸਾਰੇ ਹੀ ਉੱਥੋਂ ਦੇ ਡੋਮਿਸਾਈਲ ਬਣੇ ਰਹਿੰਦੇ ਸੀ। ਜਿੱਥੇ ਪਰਿਵਾਰ ਦਾ ਇੱਕ ਜੀ, ਉਹ ਭਾਵੇਂ ਕਿਸੇ ਪੈਰਾਮਿਲਟਰੀ ਫੋਰਸ ਵਿੱਚ ਨੌਕਰੀ ਕਰਦਾ, ਭਾਵੇਂ ਰੇਲਵੇ ਦੇ ਵਿੱਚ, ਟੈਲੀਫੋਨ ਵਿੱਚ ਜਾਂ ਬੈਂਕਿੰਗ 'ਚ, ਉਹ ਸਾਰਿਆਂ ਦਾ ਰਾਸ਼ਨ ਕਾਰਡ ਉੱਥੇ ਵੀ ਬਣਵਾ ਲੈਂਦਾ ਸੀ। ਉਹ ਉੱਥੋਂ ਦੇ ਵੀ ਡੋਮਿਸਾਈਲ, ਉੱਥੇ ਨੌਕਰੀ ਮਿਲੀ ਤੇ ਉੱਥੇ ਲੈ ਲਈ, ਨਹੀਂ ਤੇ ਪੁਰਾਣੇ ਪਿੰਡ 'ਚ ਲੈ ਲਈ। ਉਹ ਸਾਰਾ ਕੰਮ ਹੁਣ ਆਖਰਕਾਰ ਕਦੇ ਨਾ ਕਦੇ ਤੇ ਰੋਕਣਾ ਹੀ ਪੈਣਾ ਸੀ। ਜੇ ਰੋਕਣ ਵਾਸਤੇ ਇੱਕ ਰਾਹ ਨਿਕਲਿਆ ਤੇ ਚੰਗੀ ਗੱਲ ਹੈ। ਇਹਦੇ ਨਾਲ ਇੱਕ ਗੱਲ ਹੋਰ ਵੀ ਹੋਵੇਗੀ, ਜੇ ਕਿਸੇ ਵਕਤ ਕੋਈ ਪਰਿਵਾਰ ਕਿਸੇ ਥਾਂ ਤੋਂ ਉੱਠ ਕੇ ਦੂਜੀ ਥਾਂ ਚਲਾ ਜਾਂਦਾ ਸੀ, ਉੱਥੇ ਜਾ ਕੇ ਆਪਣਾ ਕਾਰਡ ਰਜਿਸਟਰ ਕਰਵਾਉਣ, 100 ਥਾਵਾਂ ਤੋਂ ਮਨਜ਼ੂਰੀਆਂ ਲੈਣ, ਅਗਲੀ ਵਾਰੀ ਉਹ ਜਿਹੜਾ ਰਾਸ਼ਨ ਦਾ ਕੋਟਾ ਲੈਣ ਤੱਕ ਉਹਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸਨ। ਤੁਸੀਂ ਸੜਕਾਂ ਤੇ ਵੇਖਿਆ ਹੋਵੇਗਾ, ਲਾਗੇ ਝੁੱਗੀਆਂ ਜਿਹੀਆਂ ਬਣਾ ਕੇ ਉਹਨਾਂ 'ਚ ਮਜ਼ਦੂਰ ਰਹਿੰਦੇ। ਉਹ ਮਜ਼ਦੂਰ ਅੱਜ ਇੱਥੇ ਆ, ਇੱਥੋਂ ਦੀ ਸੜਕ ਜਾਂ ਇੱਥੋਂ ਦਾ ਫਲਾਈਓਵਰ ਜਦੋਂ ਬਣ ਜਾਂਦਾ, ਠੇਕੇਦਾਰ ਉਹਨਾਂ ਨੂੰ ਚੁੱਕ ਕੇ 40 ਕਿਲੋਮੀਟਰ ਦੂਰ ਲੈ ਜਾਂਦਾ। ਕਈ ਵਾਰੀ ਉਹ ਦੂਜੇ ਜ਼ਿਲ੍ਹੇ 'ਚ ਜਾਂਦੇ ਆ, ਕਈ ਵਾਰੀ ਉਹ ਦੂਜੇ ਸੂਬੇ 'ਚ ਚਲ ਜਾਂਦੇ ਆ। ਉੱਥੇ ਜਾ ਕੇ ਉਹਨਾਂ ਨੂੰ ਰਾਸ਼ਨ ਲੈਣ ਦੀਆਂ ਮੁਸ਼ਕਿਲਾਂ ਆਉਂਦੀਆਂ। ਜਦੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਬਣ ਗਿਆ, ਫਿਰ ਇੱਥੋਂ ਪੰਜਾਬ ਤੋਂ ਉੱਠ ਕੇ ਭਾਵੇਂ ਰਾਜਸਥਾਨ 'ਚ ਜਾਣ, ਭਾਵੇਂ ਉੱਤਰ ਪ੍ਰਦੇਸ਼ ਜਾਂ ਝਾਰਖੰਡ 'ਚ ਚਲ ਜਾਣ, ਅਗਲੇ ਦਿਨ ਜਾਂਦਿਆਂ ਹੀ ਉੱਥੇ ਜਿਹੜਾ ਨੇੜਲਾ ਡੀਪੂ ਵਾਲਾ ਉਹਦੇ ਕੋਲ ਜਾਣਗੇ, ਉਹਦੀ ਮਸ਼ੀਨ 'ਚ ਆਪਣਾ ਰਾਸ਼ਨ ਕਾਰਡ ਪਾਉਣਗੇ ਤੇ ਕਹਿਣਗੇ ਕਿ ਇੰਨੇ ਜੀਆਂ ਦਾ ਰਾਸ਼ਨ ਦੇ ਦੇ। ਉਹ ਮਸ਼ੀਨ ਆਪੇ ਚੈੱਕ ਕਰ ਲਏਗੀ ਕਿ ਇਸ ਮਹੀਨੇ ਦਾ ਰਾਸ਼ਨ ਇਸ ਬੰਦੇ ਨੇ ਜਾਂ ਇਹਦੇ ਪਰਿਵਾਰ ਨੇ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ 'ਚੋਂ ਲਿਆ ਤਾਂ ਨਹੀਂ। ਤੇ ਉਹ ਮਸ਼ੀਨ ਜਿਸ ਤਰ੍ਹਾਂ ਬੈਂਕ ਦੇ ਖਾਤੇ ਨੂੰ ਚੈੱਕ ਕਰ ਲੈਂਦੀ ਆ ਕਿ ਇਹਦੇ ਖਾਤੇ 'ਚ ਪੈਸੇ ਹੈਗੇ ਕਿ ਨਹੀਂ ਹੈਗੇ। ਬੈਂਕ ਅਕਾਊਂਟ ਜਲੰਧਰ ਦਾ ਹੋਵੇ ਤੇ ਇੰਨਾ ਕੰਮ ਮਹਾਰਾਸ਼ਟਰ ਦੇ ਮੁੰਬਈ 'ਚ ਵੀ ਹੋ ਸਕਦਾ ਤੇ ਕਲਕੱਤੇ ਦੇ ਵਿੱਚ ਵੀ ਹੋ ਸਕਦਾ, ਪੱਛਮੀ ਬੰਗਾਲ 'ਚ। ਉਸੇ ਤਰ੍ਹਾਂ ਰਾਸ਼ਨ ਕਾਰਡ ਵੀ ਫਟ ਚੈੱਕ ਕਰਕੇ ਉਸ ਬੰਦੇ ਨੂੰ ਕੋਟਾ ਦਵਾ ਦਿਆ ਕਰੇਗਾ। ਫਾਇਦਾ ਜਿਹੜਾ ਰਾਸ਼ਨ ਕਾਰਡ ਲੈਣ ਵਾਲਿਆਂ ਦਾ ਵੀ ਹੈ, ਸਰਕਾਰ ਦਾ ਵੀ ਹੈ, ਸਮਾਜ ਦਾ ਵੀ ਹੈ। ਸਕੀਮ ਦਾ ਸਵਾਗਤ ਕਰਨਾ ਚਾਹੀਦਾ ਜੀ। ਪਨੂ ਸਾਹਿਬ, ਅੱਗੇ ਪੰਜਾਬ ਵਾਲੇ ਪਾਸੇ ਵੀ ਨਿਗਾਹ ਮਾਰ ਲੈਂਦੇ ਆ ਜੀ। ਪੰਜਾਬ ਦੇ 2 ਸਾਬਕਾ ਮੰਤਰੀਆਂ ਦੇ ਵੱਲੋਂ ਹਾਈ ਕੋਰਟ ਪਹੁੰਚ ਕੀਤੀ ਗਈ ਆਪਣੀ ਅਗੇਤੀ ਜ਼ਮਾਨਤ ਦੇ ਲਈ। ਅਦਾਲਤ ਨੇ ਅਗਲੀ ਤਰੀਕ ਦੇ ਦਿੱਤੀ ਹੈ, ਪਰ ਇਸ 'ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ। ਇਹ ਸਾਰੇ ਤਰੀਕੇ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ ਅਦਾਲਤ ਵਿੱਚ ਬਹਿਸ ਹੋਈ। ਬਹਿਸ ਤੋਂ ਬਾਅਦ ਇਹ ਦੋ ਸਾਬਕਾ ਮੰਤਰੀ, ਜਿਨ੍ਹਾਂ ਚੋਂ ਇੱਕ ਤਾਂ ਕਾਂਗਰਸ ਦਾ ਭਾਰਤ ਭੂਸ਼ਣ ਆਸ਼ੂ ਹੈ ਤੇ ਦੂਸਰਾ ਆਮ ਆਦਮੀ ਪਾਰਟੀ ਦਾ ਵਿਜੇ ਸਿੰਗਲਾ। ਭਾਰਤ ਭੂਸ਼ਣ ਆਸ਼ੂ ਤਾਂ ਪਿਛਲੇ 5 ਸਾਲਾਂ ਦੇ ਵਿੱਚ ਕਈ ਵਾਰੀ ਚਰਚਾ 'ਚ ਆਇਆ ਸੀ। ਉਹਦੀ ਚਰਚਾ ਚੰਗੀ ਚੱਲੀ, ਮੰਦੀ ਚੱਲੀ, ਮੈਂ ਉਹਦੇ 'ਚ ਨਹੀਂ ਜਾਂਦਾ। ਕਈ ਕਿਸਮ ਦੇ ਦੋਸ਼ ਲੱਗਦੇ ਰਹੇ। ਉਹਦੇ ਵਿਭਾਗ ਦੇ ਵਿੱਚ ਠੇਕੇਦਾਰਾਂ ਨੇ ਟੈਂਡਰਾਂ ਦਾ ਵੀ ਰੌਲਾ ਪਾਇਆ, ਉਹਦੀ ਸ਼ਿਕਾਇਤ ਵੀ ਹੋਈ। ਹੁਣ ਅੱਜ ਦੇ ਅਖਬਾਰਾਂ 'ਚ ਹੀ ਆ ਗਿਆ ਕਿ ਪਾਤੜਾਂ ਦੇ ਵਿੱਚ ਗੋਦਾਮਾਂ 'ਚ ਬੜੀ ਹੇਰਾਫੇਰੀ ਹੋਈ ਕਣਕ ਦੀ। ਉਹ ਤੋਂ ਪਹਿਲਾਂ ਅੰਮ੍ਰਿਤਸਰ 'ਚ ਹੋਈ ਸੀ, ਕਿਉਂਕਿ ਮੰਤਰੀ ਇਹ ਸੀ ਲੜਨ ਫੌਜਾਂ ਤੇ ਨਾ ਸਰਦਾਰਾਂ ਦੇ, ਤੇ ਜੇ ਫੌਜਾਂ ਉੱਥੋਂ ਗੋਦਾਮਾਂ 'ਚ ਪਈ ਕਣਕ ਆਪ ਖਾ ਕੇ ਤੇ ਕੈਦ ਦੀਆਂ ਚੂਹੇ ਖਾ ਗਏ ਆ, ਤੇ ਫਿਰ ਵੀ ਕੇਸ ਸਰਦਾਰ ਤੇ ਬਣਨਾ। ਸਰਦਾਰ ਸ਼ਾਮਲ ਹੋਵੇ ਜਾਂ ਨਾ ਹੋਵੇ, ਮੰਤਰੀ ਇਹ 'ਚ ਸ਼ਾਮਲ ਸਮਝਿਆ ਜਾਣਾ। ਉਹ ਕੇਸ ਬਣ ਸਕਦਾ, ਤੇ ਉਹਦਾ ਕਰਕੇ ਉਹਨੂੰ ਪਤਾ ਸੀ ਕੇਸ ਬਣਿਆ ਤੇ ਇਹ ਨਵੀਂ ਸਰਕਾਰ ਟੰਗ ਸਕਦੀ ਹੈ। ਉਹਨੇ ਜਾ ਕੇ ਹਾਈ ਕੋਰਟ ਤੋਂ ਜ਼ਮਾਨਤ ਮੰਗੀ ਸੀ, ਜ਼ਮਾਨਤ ਨਹੀਂ ਮਿਲੀ, ਅੱਗੇ ਤਰੀਕ ਪੈ ਗਈ ਹੈ। ਦੂਸਰਾ ਸਾਬਕਾ ਮੰਤਰੀ ਕਾਂਗਰਸੀ ਨੀਗਾ, ਉਹ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦੀ ਸਰਕਾਰ ਬਣੀ, ਸਿਹਤ ਮੰਤਰੀ ਬਣਿਆ ਸੀ ਵਿਜੇ ਸਿੰਗਲਾ। ਉਹ ਪਤਾ ਨਹੀਂ ਆਪਣੀ ਸਿਹਤ ਸੁਧਾਰਨ ਲੱਗਾ ਕਿ ਪਰਿਵਾਰ ਦੀ ਸੁਧਾਰਨ ਲੱਗਾ। ਠੇਕੇਦਾਰਾਂ ਤੋਂ ਕਮਿਸ਼ਨ ਮੰਗਣ ਲੱਗ ਪਿਆ ਆਪਣੇ ਸਿਹਤ ਵਿਭਾਗ ਨਾਲ ਜੁੜਿਆਂ ਤੋਂ। ਅੱਜ ਕੱਲ੍ਹ ਤਾਂ ਬਈ ਸਾਰਿਆਂ ਨੂੰ ਇਸ ਗੱਲ ਦਾ ਚੇਤਾ ਰੱਖਣਾ ਪਊ ਕਿ ਜੋ ਮਰਜ਼ੀ ਕਰ ਲਓ। ਅੱਗੇ ਕਹਿੰਦੇ ਹੁੰਦੇ ਸੀ ਕੰਧਾਂ ਸੁਣਦੀਆਂ ਨੇ, ਹੁਣ ਕੰਧਾਂ ਸੁਣਦੀਆਂ ਨਹੀਂ, ਕੰਧਾਂ ਵੇਖਦੀਆਂ ਵੀ ਆ। ਸਾਹਮਣੇ ਵਾਲੇ ਬੰਦੇ ਦੇ ਕੁੜਤੇ ਦੇ ਬਟਨ ਵੀ ਤੁਹਾਨੂੰ ਵੇਖਦੇ ਹੋ ਸਕਦੇ ਆ, ਉਹਦੀ ਘੜੀ ਵੇਖਦੀ ਹੋ ਸਕਦੀ ਹੈ, ਉਹਦੀ ਅੰਗੂਠੀ ਵੇਖਦੀ ਹੋ ਸਕਦੀ ਹੈ। ਹਰ ਚੀਜ਼ ਦੀ ਰਿਕਾਰਡਿੰਗ ਹੋਣ ਰਹੀ ਹੈ। ਆ ਪਰਸੋਂ ਇੱਕ ਸੀਨੀਅਰ IAS ਅਫਸਰ ਫੜਿਆ ਗਿਆ, ਸੰਜੇ ਪੋਪਲੀ। 36 ਕਿਸਮ ਦੇ ਚੱਕਰਾਂ 'ਚੋਂ ਪਹਿਲਾਂ ਵੀ ਚਰਚਾ ਦਾ ਵਿਸ਼ਾ ਸੀ। ਹੁਣ ਉਹ ਫੜਿਆ ਗਿਆ। ਇਹ PCS ਅਫਸਰ ਹੁੰਦਾ ਸੀ, ਪ੍ਰਮੋਟ ਹੋ ਗਿਆ। ਕਈ ਵੱਡੇ ਲੋਕ ਜਿਹੜੇ ਸਿਆਸੀ ਲੀਡਰ ਸੀ ਇਹਨੂੰ ਕਮਾਊ ਪੁੱਤ ਸਮਝਦੇ ਹੁੰਦੇ ਸੀ। ਉਹਨਾਂ ਦੇ ਆਸ਼ੀਰਵਾਦ ਨਾਲ ਅਫਸਰੀ ਕਰਦਾ ਰਿਹਾ, ਆਖਰ ਫਸ ਗਿਆ। ਇੱਦਾਂ ਦੇ ਕਈ ਹੋਰ ਨੇ ਜਿਹੜੇ ਫਸ ਗਏ ਆ ਜਾਂ ਫਸ ਸਕਦੇ ਆ, ਜਾਂ ਜਿਨ੍ਹਾਂ ਦੇ ਫਸਣ ਵਾਸਤੇ ਫਾਈਲਾਂ ਬਣਦੀਆਂ ਪਈਆਂ, ਉਹ ਵੀ ਵਕੀਲਾਂ ਦੇ ਚੱਕਰ ਲਾਉਂਦੇ ਪਿਆ। ਵਿਜੇ ਸਿੰਗਲਾ ਨੂੰ ਇਹਦੀ ਆਪਣੀ ਪਾਰਟੀ ਦੀ ਸਰਕਾਰ ਤੇ ਸਰਕਾਰ ਦੇ ਮੁੱਖ ਮੰਤਰੀ ਨੇ ਘਰ ਸੱਦ ਕੇ ਪਹਿਲਾਂ ਨੁਕਰੇ ਬਿਠਾ ਕੇ ਪੁੱਛਿਆ ਕਿ ਤੇਰੇ ਖਿਲਾਫ ਆ ਸ਼ਿਕਾਇਤਾਂ ਨੇ। ਮੁਕਰਨ ਲੱਗਾ, ਹੌਲੀ ਹੌਲੀ ਮੰਨ ਗਿਆ ਕਿਉਂਕਿ ਸਬੂਤ ਸਾਹਮਣੇ ਸਨ। ਮੰਨਣ ਤੋਂ ਬਾਅਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਖੜੇ ਪੈਰ ਉਹਨੂੰ ਨੌਕਰੀ ਤੋਂ ਵੀ ਕੱਢਿਆ ਤੇ ਨਾਲ ਪੁਲਿਸ ਨੂੰ ਸੱਦ ਕੇ ਗ੍ਰਿਫਤਾਰ ਕਰਾਇਆ। ਇਹ ਕੰਮ ਵਿਜੇ ਸਿੰਗਲਾ ਨਾਲ ਹੋ ਚੁੱਕਾ। ਉਹਨੇ ਪੁਲਿਸ ਦੇ ਰਿਮਾਂਡ ਵੀ ਉਹਨੇ ਕੱਟੇ ਆ। ਆਖਰ ਉਹ ਹਾਈ ਕੋਰਟ ਦੀ ਸ਼ਰਨ ਗਿਆ ਕਿ ਮੈਨੂੰ ਤੁਸੀਂ ਜ਼ਮਾਨਤ ਦੇ ਦਿਓ, ਤੇ ਹਾਈ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ। ਤਰੀਕ ਉਹਦੀ ਵੀ ਅੱਗੇ ਪੈ ਗਈ ਹੈ। ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਚੋਰ ਤੁਰੇ ਫਿਰਦੇ ਨੇ ਕਿਤੇ ਵੀ ਨੇ, ਕਿਸੇ ਪਾਰਟੀ ਵਿੱਚ ਵੀ ਨੇ, ਅਸੀਂ ਉਹਨਾਂ ਨੂੰ ਨਾ ਹਾਲ ਦੀ ਘੜੀ ਚੋਰ ਕਹਿ ਸਕਦੇ ਹਾਂ, ਨਾ ਸਾਧ ਕਹਿ ਸਕਦੇ ਹਾਂ। ਫੈਸਲਾ ਅਦਾਲਤਾਂ ਨੇ ਦੇਣਾ। ਪਰ ਇੱਥੇ ਪੰਜਾਬ ਦੇ ਵਿੱਚ ਤਾਂ ਬੇੜਾ ਹੀ ਗਰਕ ਹੋਇਆ ਪਿਆ। ਕੋਈ ਕਿਤੇ ਇਸ ਤਰ੍ਹਾਂ ਦੀ ਰਫਰੀ ਨਿਕਲਦੀ ਹੈ, ਕੋਈ ਕਿਤੇ ਨਿਕਲਦੀ ਹੈ। ਜਿੰਨੀ ਕਿਸਮ ਦੇ ਸਕੈਂਡਲ ਨਿਕਲਦੇ ਪਏ ਆ, ਇਹਨਾਂ ਦੇ ਵਿੱਚ ਅਦਾਲਤਾਂ ਨੂੰ ਵੀ ਸਖਤ ਹੋਣਾ ਪਏਗਾ, ਨਹੀਂ ਤਾਂ ਲੋਕ ਗੱਲਾਂ ਕਰਨਗੇ। ਮੇਰਾ ਖਿਆਲ ਹੈ ਕਿ ਅਦਾਲਤੀ ਕਾਰਵਾਈ ਦੇ ਵਿੱਚ ਥੋੜ੍ਹਾ ਜਿਹਾ ਜੱਜਾਂ ਨੂੰ ਹੋਰ ਇਸ ਮਾਮਲੇ 'ਚ ਸਖਤ ਹੋਣ ਦੀ ਲੋੜ ਪੈ ਸਕਦੀ ਹੈ। ਉਹੀ ਪੰਨੂ ਸਾਹਿਬ, ਤੁਸੀਂ ਕਰਪਸ਼ਨ ਤੇ ਐਕਸ਼ਨ ਇਹਨਾਂ ਦਿਨਾਂ ਤੇ ਖਬਰਾਂ ਜ਼ਰੂਰ ਆ ਰਹੀਆਂ ਨੇ, ਘੁਟਾਲੇ ਨਿਕਲ ਕੇ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਹੀ ਬਠਿੰਡਾ ਦੇ ਨਾਲ ਪਿੰਡਾਂ ਦੀ ਕਈ ਏਕੜ ਜ਼ਮੀਨ 3700 ਦੇ ਕਰੀਬ ਦੱਸੀ ਜਾ ਰਹੀ ਹੈ। 800 ਕਰੋੜ ਦਾ ਇਹ ਘੁਟਾਲਾ ਦੱਸਿਆ ਜਾ ਰਿਹਾ ਕਿ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਦੀ ਪ੍ਰਾਈਵੇਟ ਮਲਕੀਅਤ ਕਰ ਦਿੱਤੀ ਗਈ, ਅੱਗੇ ਮਤਲਬ ਕਿਸੇ ਹੋਰ ਦੇ ਨਾਮ ਕਰ ਦਿੱਤੀ ਗਈ। ਇਹ ਬਾਰੇ ਇਹ ਪੂਰਾ ਕੀ ਮਾਮਲਾ ਜੀ? ਅਮਿਤ ਜੀ, ਤੁਸੀਂ ਪੰਜਾਬੀ ਦਾ ਮੁਹਾਵਰਾ ਸੁਣਿਆ, ਇੱਕ ਨੂੰ ਕੋਈ ਰੋਨੀ ਹੈ ਊਤ ਗਿਆ ਹੀ ਆਵਾ। ਇੱਥੇ ਤਾਂ ਆਵਾ ਉਤਿਆ ਪਿਆ। ਕੱਲ੍ਹ ਅਜੇ ਖਬਰ ਆਈ ਸੀ ਉੱਥੋਂ ਫਿਰੋਜ਼ਪੁਰ ਤੋਂ ਕਿ ਇੱਕ ਪਟਵਾਰੀ ਨੇ BSF ਦੀ ਜ਼ਮੀਨ ਕਾਗਜ਼ਾਂ 'ਚ ਮਾਲਕੀ ਤਬਦੀਲ ਕਰਕੇ ਪਹਿਲਾਂ ਆਪਣੇ ਸਾਲੇ ਦੇ ਨਾਂ ਕਰਾਈ, ਸਾਲੇ ਤੋਂ ਕਿਸੇ ਹੋਰ ਦੇ ਨਾਂ ਕਰਾਈ, ਤੇ ਫਿਰ ਉਹ ਜ਼ਮੀਨ ਜਿਹੜੀ BSF ਦੀ ਸੀ, ਕਰੋੜਾਂ ਰੁਪਏ ਦੀ, ਉਹ BSF ਨੂੰ ਵੇਚਦੀ। ਇਹ ਵੀ ਕੰਮ 2012 'ਚ ਹੋਇਆ। ਉਹਦੇ ਖਿਲਾਫ ਸ਼ਿਕਾਇਤ ਹੋਈ। ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਰਿਪੋਰਟ 'ਚ ਦੱਸਿਆ ਕਿ ਪਟਵਾਰੀ, ਤਹਿਸੀਲਦਾਰ, ਕਾਨੂੰਗੋ, ਫਲਾਣੇ ਸਾਰੇ ਫਸਦੇ ਆ। ਲੈ 10 ਸਾਲ ਹੋ ਗਏ ਆ, ਅਜੇ ਤੱਕ ਕੇਸ ਹੀ ਦਰਜ ਨਹੀਂ ਹੋਇਆ। ਉਹ ਐਸ਼ ਕਰਕੇ ਸ਼ੱਕ ਛਕਾ ਕੇ ਡਕਾਰ ਮਾਰ ਕੇ ਰਿਟਾਇਰ ਹੋ ਕੇ ਘਰੀ ਚਲੇ ਗਿਆ। ਇਹ ਜਿਹੜੀ ਬਠਿੰਡੇ ਦੀ ਕਹਾਣੀ ਆਈ ਹੈ, 800 ਕਰੋੜ ਦਾ ਕਪੜਾ 2012 ਦੀਆਂ ਚੋਣਾਂ ਤੋਂ ਐਨ ਪਹਿਲਾਂ
ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰ ਦਿੱਤੀ ਗਈ। ਉਹ ਤਬਦੀਲ ਕਰਕੇ ਕਿਹਨਾਂ ਦੇ ਨਾਂ ਚਾੜੀ ਗਈ ਪਤਾ ਹੀ ਆ। ਜ਼ੋਰਾਵਰ ਦਾ 37ਵੀਂ ਸੌ ਜਿਨ੍ਹਾਂ ਦੀਆਂ ਸਰਕਾਰਾਂ ਚੱਲਦੀਆਂ ਸੀ ਉਹਨਾਂ ਦੇ ਬੰਦਿਆਂ ਦੇ ਨਾਂ ਦੇ ਉੱਤੇ ਚਾੜ ਦਿੱਤੀ ਗਈ। ਇਹ ਮਾਮਲਾ ਵੀ ਚਰਚਾ ਦਾ ਵਿਸ਼ਾ ਹੈ। ਇੱਕ ਬਹੁਤ ਵੱਡਾ ਇਰੀਗੇਸ਼ਨ ਦਾ ਸਕੈਂਡਲ, ਸਿੰਜਾਈ ਦਾ ਸਕੈਂਡਲ, ਜਿਹਦੇ ਵਿੱਚ ਕੁਝ ਅਫਸਰਾਂ ਦੇ ਨਾਂ ਆਉਂਦੇ, ਕੁਝ ਲੀਡਰਾਂ ਦੇ ਨਾਂ ਆਉਂਦੇ ਆ, ਉਹ ਵੀ ਉੱਭਰਦਾ ਪਿਆ। ਅੱਜ ਹੀ ਪਤਾ ਲੱਗਾ ਕਿ ਗੜ੍ਹਸ਼ੰਕਰ ਦੇ ਲਾਗਿਓਂ ਇੱਕ ਪਿੰਡ ਦੀ ਪੰਚਾਇਤ ਨੇ ਆਪਣੀ ਜ਼ਮੀਨ 33 ਸਾਲ ਦੀ ਲੀਜ਼ ਤੇ ਇਸ ਗੱਲ ਲਈ ਦੇਤੀ ਹੈ ਕਿ ਜਿਹੜੇ ਹਿਮਾਚਲ ਪ੍ਰਦੇਸ਼ ਵੱਲੋਂ ਕ੍ਰਸ਼ਰ ਦੇ ਟਰਾਲੇ ਆਉਂਦੇ ਆ, ਨਜਾਇਜ਼ ਮਾਈਨਿੰਗ ਕਰਕੇ ਰੇਤ ਬਜਰੀ ਲਿਆਉਂਦੇ ਆ, ਉਹਨਾਂ ਦੇ ਲੰਘਣ ਵਾਸਤੇ ਲਾਂਘਾ ਦੇ ਦੇਣਾ। ਉਹ ਪੰਚਾਇਤ ਦੇ ਉੱਤੇ ਵੀ ਕੇਸ ਦਰਜ ਹੋਣਾ ਚਾਹੀਦਾ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਿਛਲੀ ਤੋਂ ਪਿਛਲੀ ਸਰਕਾਰ ਵੇਲੇ ਇੱਕ ਵਾਰੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆ ਕੇ ਸਾਡੇ ਪੰਜਾਬ ਦੇ ਵਿੱਚ ਪਿੱਟ ਸਿਆਪਾ ਕੀਤਾ ਸੀ ਕਿ ਪਹਾੜ ਤੇ ਅਸੀਂ ਰਹਿੰਦੇ ਹਾਂ ਤੇ ਥੱਲਿਓਂ ਜਿਹੜਾ ਪਹਾੜ ਹਿਮਾਚਲ ਪ੍ਰਦੇਸ਼ ਦਾ, ਪੰਜਾਬ ਵਾਲੇ ਸੰਨ ਪਾਸੇ ਤੋਂ ਸੰਨ ਲਾ ਕੇ ਥੱਲਿਓਂ ਸਾਰੀ ਜ਼ਮੀਨ ਜਿਹੜੀ ਆ ਖੁਰਚਲੀ ਆ, ਇਹ ਪਹਾੜ ਡਿੱਗ ਪਿਆ ਤੇ ਸਾਡਾ ਤਾਂ ਪਿੰਡ ਵੀ ਡਿੱਗ ਪੈਣਾ। ਅਸੀਂ ਆਪਣਾ ਪੰਜਾਬ ਕੀ ਆ, ਅਸੀਂ ਤੇ ਨਾਲ ਦਾ ਹਿਮਾਚਲ ਪ੍ਰਦੇਸ਼ ਵੀ ਨਹੀਂ ਛੱਡਿਆ, ਰਾਜਸਥਾਨ ਵੀ ਨਹੀਂ ਛੱਡਿਆ, ਅਸੀਂ ਛੱਡਿਆ ਕਿਹਨੂੰ ਆ? ਜੇ ਇਸ ਤਰ੍ਹਾਂ ਦੇ ਕੋਈ ਘੁਟਾਲੇ ਨਿਕਲਦੇ ਆ ਤਾਂ ਉਹਨਾਂ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਸਖਤ ਹੋਣੀ ਚਾਹੀਦੀ ਹੈ, ਮਸਾਲੀ ਹੋਣੀ ਚਾਹੀਦੀ ਹੈ, ਤਾਂ ਕਿ ਹੋਰ ਕੋਈ ਅੱਗੇ ਤੋਂ ਇਦਾਂ ਨਾ ਕਰੇ। ਉਹਦੇ ਸਮੇਂ ਦੇਖਣਾ ਹੋਏਗਾ ਸਰਕਾਰ ਕੀ ਕੁਝ ਕਦਮ ਚੱਕਦੀ ਹੈ ਤੇ ਕਿਸ ਤਰ੍ਹਾਂ ਦੇ ਖੁਲਾਸੇ ਵੀ ਦੇਖੇ ਜਾਂਦੇ ਨੇ। ਪੰਨੂ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਜੀ, ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ, ਧੰਨਵਾਦ ਜੀ। ਤੁਸੀਂ ਦੇਖ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਆਪਣਾ ਤੁਹਾਡੇ ਲਈ ਫਿਰ ਮਿਲਾਂਗੇ। ਧੰਨਵਾਦ।